ਲੁਧਿਆਣਾ ਦੀ ਕੋਰਟ ਵਿੱਚ ਹੋਏ ਬੰਬ ਧਮਾਕੇ ਨੂੰ ਅੱਜ ਪੂਰਾ 1 ਸਾਲ ਹੋ ਗਿਆ ਹੈ, ਪਰ ਕੋਰਟ ਦੇ ਅੰਦਰ ਬਿਲਡਿੰਗ ਗਿਰੀ ਮਲਬੇ ਦੇ ਹਾਲਾਤ ਉਸੇ ਤਰ੍ਹਾਂ ਹੀ ਬਿਖਰੇ ਨਜ਼ਰ ਆਏ। 1 ਸਾਲ ਪਹਿਲਾਂ ਇੱਕ ਨੌਜਵਾਨ ਵੱਲੋਂ ਬੰਬ ਲੈ ਕੇ ਬਾਥਰੂਮ ਦੇ ਅੰਦਰ ਗਿਆ ਸੀਗਾ, ਜੋ ਕਿ ਬਾਥਰੂਮ ਦੇ ਅੰਦਰ ਹੀ ਬੰਬ ਫਟ ਗਿਆ। ਬੰਬ ਫਟਣ ਨਾਲ ਅਫੜਾ ਤਫੜੀ ਮਚ ਗਈ। ਬੰਬ ਧਮਾਕੇ ਦੀ ਆਵਾਜ਼ 1.5 ਤੋਂ 2 ਕਿਲੋਮੀਟਰ ਤੱਕ ਸੁਣਾਈ ਦਿੱਤੀ ਸੀ। ਬੰਬ ਧਮਾਕੇ ਨਾਲ ਦੀਵਾਰਾਂ ਵੀ ਟੁੱਟ ਗਈਆਂ। ਆਲੇ ਦੁਆਲੇ ਬਿਲਡਿੰਗ ਦੇ ਸ਼ੀਸ਼ੇ ਤੱਕ ਟੁੱਟ ਗਏ ਸਨ। ਜਦ ਗਿਰੀ ਬਿਲਡਿੰਗ ਦਾ ਪੁਲਿਸ ਵੱਲੋਂ ਜਾਇਜ਼ਾ ਲਿੱਤਾ ਗਿਆ ਤਾਂ ਮਲਬੇ ਵਿੱਚੋਂ ਇੱਕ ਨੌਜਵਾਨ ਦੀ ਡੈਡ ਬੋਡੀ ਕੱਢੀ ਗਈ ਅਤੇ ਕੁਝ ਵਿਅਕਤੀ ਜ਼ਖਮੀ ਹਾਲਤ ਵਿੱਚ ਅਲੱਗ-ਅਲੱਗ ਹਸਪਤਾਲ ਵਿੱਚ ਉਹਨਾਂ ਨੂੰ ਲਿਜਾਇਆ ਗਿਆ। ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਛਾਣਬੀਨ ਸ਼ੁਰੂ ਕਰ ਦਿੱਤੀ ਗਈ, ਇੱਥੋਂ ਤੱਕ ਕਿ ਦਿੱਲੀ ਤੋਂ ਵੀ NIA ਦੀ ਟੀਮ ਪਹੁੰਚੀਆਂ ਸਨ। ਅੱਜ ਇਸ ਦਿਨ ਨੂੰ ਵਕੀਲਾਂ ਵੱਲੋਂ ਕਾਲਾ ਦਿਨ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਅੱਜ ਜਦ ਪੰਜਾਬ ਟੁਡੇ ਦੇ ਪੱਤਰਕਾਰ ਵੱਲੋਂ ਵਕੀਲ ਨਾਲ ਗੱਲਬਾਤ ਕੀਤੀ ਗਈ ਤਾਂ ਵਕੀਲ ਨਰਿੰਦਰ ਆਦਿਆ ਨੇ ਕਿਹਾ ਕਿ ਬੰਬ ਧਮਾਕਾ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਹੋਇਆ ਹੈ। ਕੋਰਟ ਦੇ ਅੰਦਰ ਰਾਹਗੀਰ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਸੀ। ਅੱਜ ਵੀ ਲੁਧਿਆਣਾ ਵਿੱਚ ਸਨੈਚਰਾਂ ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ ਅਤੇ ਸਰਕਾਰ ਵੱਲੋਂ ਕੰਟਰੋਲ ਨਹੀਂ ਕੀਤੀ ਜਾ ਰਹੀ। ਪ੍ਰਸ਼ਾਸਨ ਨੂੰ ਕੁਝ ਕਦਮ ਚੁੱਕਣੇ ਚਾਹੀਦੇ ਹਨ। ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ। ਮੈਂ ਹਾਂ ਵਿਪਨ ਕੁਮਾਰ। ਅੱਜ ਅਸੀਂ ਤੁਹਾਨੂੰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚ ਲੈ ਕੇ ਆਏ, ਜਿਹੜੇ ਪਿਛਲੇ ਸਾਲ ਜਿਹੜਾ 2021 ਦੇ ਵਿੱਚ ਬਲਾਸਟ ਹੋਇਆ ਸੀਗਾ, ਜਿਹਦੇ ਵਿੱਚ ਬੰਬ ਬਲਾਸਟ ਹੋਇਆ ਸੀਗਾ, ਨੁਕਸਾਨ ਹੋਇਆ ਸੀਗਾ। ਇੱਕ ਜਿਹੜੀ ਕਿ ਨੌਜਵਾਨ ਦੀ ਡੈਥ ਹੋ ਗਈ ਸੀਗੀ, ਜਿਹਦੇ ਵਿੱਚ 4 ਤੋਂ 5 ਜਿਹੜੇ ਬੰਦੇ ਆ ਜ਼ਖਮੀ ਹੋ ਗਏ ਸੀਗੇ। ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਇਸ ਵੇਲੇ ਮੌਕੇ ਦੇ। ਅਸੀਂ ਅੱਜ 23 ਤਰੀਕ ਆ ਜਿਹੜੀ ਹੈਗੀ 23 ਦਸੰਬਰ ਆ, ਇਸ ਵੇਲੇ ਹਾਲਾਤ ਦਿਖਾ ਰਹੇ ਹਾਂ ਜਿਹੜੇ ਕੋਰਟ ਕੰਪਲੈਕਸ ਦੇ ਵਿੱਚ ਜਿਹੜੇ ਕਿ ਬਿਲਡਿੰਗ ਦੇ ਵਿੱਚ ਅੰਦਰ ਬਲਾਸਟ ਹੋਇਆ ਸੀਗਾ। ਕੋਰਟ ਕੰਪਲੈਕਸ ਦੇ ਅੰਦਰ ਬਲਾਸਟ ਹੋਇਆ ਸੀ, ਉਹਦੇ ਵਿੱਚ ਦਹਿਸ਼ਤ ਦਾ ਮਾਹੌਲ ਪੈ ਗਿਆ ਸੀਗਾ। ਉਸੇ ਦੌਰਾਨ ਕੁਝ ਬੰਦੇ ਵੀ ਇੰਜਰਡ ਹੋਏ ਸੀਗੇ, ਉਹਨਾਂ ਨੂੰ ਮੌਕੇ ਤੋਂ ਹਸਪਤਾਲਾਂ ਦੇ ਵਿੱਚ ਵੀ ਲਿਜਾਇਆ ਗਿਆ ਸੀਗਾ। ਤੇ ਉਸ ਤੋਂ ਬਾਅਦ ਜਿਹੜੀ ਬਿਲਡਿੰਗ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਛਤੀਗ੍ਰਸਤ ਹੋ ਚੁੱਕੀ ਹੈ। ਬਿਲਡਿੰਗ ਅੰਦਰ ਕਾਫੀ ਬਿਲਡਿੰਗ ਦਾ ਨੁਕਸਾਨ ਹੋ ਚੁੱਕਾ ਹੈਗਾ ਔਰ ਭਾਰੀ ਮਾਤਰਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ, ਅੰਦਰ ਫਾਈਲਾਂ ਵੀ ਪਈਆਂ ਸੀਗੀਆਂ। ਉਸ ਤੋਂ ਦੌਰਾਨ ਜਿਹੜੀ ਕਿ ਹਿਫਾਜ਼ਤ ਵਾਸਤੇ ਅਲੱਗ-ਅਲੱਗ ਟੀਮਾਂ ਵੀ ਬੁਲਾਈਆਂ ਗਈਆਂ ਸੀ। ਪ੍ਰਸ਼ਾਸਨ ਵੱਲੋਂ ਸਖਤੀ ਵੀ ਕੀਤੀ ਗਈ ਸੀਗੀ। ਮੌਕੇ ਤੇ ਐਂਬੂਲੈਂਸਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਸੀਗੀ, ਉਹਨਾਂ ਨੂੰ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਵੀ ਪਹੁੰਚਾਇਆ ਗਿਆ ਸੀਗਾ। ਤੇ ਉਸ ਤੋਂ ਬਾਅਦ ਜਿਹੜੀ ਕਿ ਹੁਣ ਅਸੀਂ ਕੰਡੀਸ਼ਨ ਦੇਖਦੇ ਹਾਂ, ਸਾਡੇ ਕੋਲ ਕੁਝ ਲੱਗ ਰਿਹਾ ਵਕੀਲ ਸਾਹਿਬ ਆ ਰਹੇ ਨੇ ਤੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਵਕੀਲ ਸਾਹਿਬ ਭਾਈ ਨਮਸਕਾਰ ਜੀ। ਸਰ, ਬਲਾਸਟ ਹੋਇਆ ਸੀਗਾ ਅੱਜ 23 ਦਸੰਬਰ ਹੈਗਾ। ਪਿਛਲੇ ਸਾਲ ਜਿਹੜਾ ਬਲਾਸਟ ਹੋਇਆ ਸੀਗਾ, ਕਿੰਨਾ ਕੁ ਨੁਕਸਾਨ ਹੋ ਗਿਆ ਸੀਗਾ? ਉਹਦੇ ਜਿਹੜੇ ਬੰਬ ਲੈ ਕੇ ਆਏ ਨੇ, ਕਿਸ ਤਰ੍ਹਾਂ ਬੰਬ ਅੰਦਰ ਲੈ ਕੇ ਆਏ? ਇਹ ਤਾਂ ਦੇਖੋ, ਉਸ ਵੇਲੇ ਪਹਿਲਾਂ ਸਖਤਾਈ ਨਹੀਂ ਹੁੰਦੀ ਸੀਗੀ ਵੀ ਕਿਹੜਾ ਬੰਦਾ ਕਿਹੜੇ ਬੈਗ ਵਿੱਚ ਕੀ ਲੈ ਕੇ ਆ ਰਿਹਾ। ਉਹ ਤਾਂ ਅਚਨਚੇਤੀ ਹੋ ਗਿਆ, ਮਤਲਬ ਸਖਤੀ ਨਹੀਂ ਸੀਗੀ। ਉਸ ਤੋਂ ਬਾਅਦ ਤਾਂ ਸਖਤੀ ਕਾਫੀ ਹੋ ਗਈ ਆ। ਹੁਣ ਤਾਂ ਚਾਰੇ ਪਾਸੇ ਕੋਰਟ ਦੇ ਮਾਣਯੋਗ ਸੈਸ਼ਨ ਜੱਜ ਸਾਹਿਬ ਨੇ ਔਰ ਪੂਰਾ ਹੀ DC ਸਾਹਿਬ ਨੇ, ਪੁਲਿਸ ਕਮਿਸ਼ਨਰ ਸਾਹਿਬ ਨੇ ਬੜਾ ਪ੍ਰਬੰਧ ਕੀਤਾ ਪਿਆ ਆ। ਤੇ ਹੁਣ ਇਸ ਤਰ੍ਹਾਂ ਦੀ ਨਹੀਂ ਹੈ, ਪਰ ਇਹ ਚੀਜ਼ਾਂ ਦਾ ਪਹਿਲਾਂ ਹੀ ਨਿਪਟਾਰਾ ਹੋਣਾ ਚਾਹੀਦਾ। ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਸੋਚ ਰੱਖਣੀ ਚਾਹੀਦੀ ਆ। ਜਿੱਥੇ ਪਬਲਿਕ ਪਲੇਸ ਹੋਵੇ, ਕੋਈ ਵੀ ਹੋਵੇ ਪਬਲਿਕ ਪਲੇਸ, ਜਿੱਥੇ ਆਵਾਜਾਈ ਦਾ ਹੈਗਾ ਆ ਜ਼ਿਆਦਾ, ਉੱਥੇ ਜ਼ਰੂਰੀ ਹੀ ਕਰਨੇ ਚਾਹੀਦੇ। ਇਹ ਨਾ ਹੋਵੇ ਵੀ ਜਦੋਂ ਚੀਜ਼ ਵਾਪਰ ਜਾਵੇ ਉਸ ਤੋਂ ਬਾਅਦ ਜਾ ਖੁੱਲੇ। ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਦੀ, ਜਿਹੜੀ 2021 ਤੋਂ ਪਹਿਲਾਂ ਕੀ ਪ੍ਰਸ਼ਾਸਨ ਦੇ ਇੱਧਰੋਂ ਕੋਈ ਪੁਖਤਾ ਪ੍ਰਬੰਧ ਨਹੀਂ ਸੀਗੇ ਜਾਂ ਕਿਤੇ ਨੀਚੇ ਚੈਕਿੰਗ ਨਹੀਂ ਹੁੰਦੀ ਸੀਗੀ? ਕਿਉਂਕਿ ਕੋਰਟ ਕੰਪਲੈਕਸ ਲੁਧਿਆਣੇ ਦਾ ਜਿਹੜਾ ਡਿਸਟ੍ਰਿਕਟ ਲੈਵਲ ਤੇ ਕੋਰਟ ਕੰਪਲੈਕਸ ਆ, ਹਰ ਇੱਕ ਬੰਦੇ ਦਾ ਇੱਥੇ ਆਣਾ ਜਾਣਾ, ਤਰੀਕ ਭੁਗਤਣ ਆਉਂਦੇ ਨੇ, ਕੁਝ ਡਾਕੂਮੈਂਟ ਲੈ ਕੇ ਆਉਂਦੇ ਨੇ, ਆਪਣੇ ਕੁਝ ਅਦਾਲਤਾਂ ਵਿੱਚ ਅਲੱਗ-ਅਲੱਗ ਕੇਸਾਂ ਦੇ ਥਰੂ ਆਉਂਦੇ ਨੇ। ਤੇ ਕੀ ਇੱਥੇ ਪਹਿਲਾਂ ਸਖਤੀ ਨਹੀਂ ਸੀਗੀ? ਬਿਲਕੁਲ, ਉਸ ਵੇਲੇ ਪੁਖਤਾ ਪ੍ਰਬੰਧ ਨਹੀਂ ਸੀਗੇ ਕਿਉਂਕਿ ਉਸ ਵੇਲੇ ਅਣਗਹਿਲੀ ਸੀਗੀ, ਇੰਨਾ ਚੁਕੰਨਾ ਨਹੀਂ ਸੀਗਾ ਪ੍ਰਸ਼ਾਸਨ ਦੀ ਨੀਂਦ ਉਸ ਵੇਲੇ ਖੁੱਲੀ ਹੈ ਜਦੋਂ ਇਹ ਮਾੜਾ ਕੰਮ ਹੋ ਗਿਆ, ਇੱਥੇ ਬਲਾਸਟ ਹੋ ਗਿਆ। ਅੱਜ ਦੇ ਦਿਨ ਬੜਾ ਬਲੈਕ ਡੇ ਸੀਗਾ ਔਰ ਅਸੀਂ ਇਹਨੂੰ, ਮੈਂ ਤਾਂ ਯਾਦ ਨਹੀਂ ਕਰਨਾ ਚਾਹੁੰਦਾ, ਪਰ ਉਹ ਯਾਦ ਦਿਨ ਭੁੱਲਿਆ ਵੀ ਨਹੀਂ ਜਾਂਦਾ ਆ ਕਿਉਂਕਿ ਉਸ ਵਿੱਚ ਪ੍ਰਮਾਤਮਾ ਦੀ ਕਿਰਪਾ ਹੋਈ ਆ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋ ਸਕਿਆ। ਨਹੀਂ, ਕੁਝ ਮੌਤ ਵੀ ਹੋਈ ਸੀਗੀ ਉਹ ਤੇ ਕੁਝ ਬੰਦੇ ਇੰਜਰਡ ਵੀ ਹੋਏ ਸੀਗੇ ਜਿਨ੍ਹਾਂ ਨੂੰ ਹਸਪਤਾਲ ਵੀ ਲਗਾਇਆ ਗਿਆ ਸੀ। ਜਿਹੜੇ ਇੰਜਰਡ ਹੋਏ ਸੀਗੇ ਉਹਨਾਂ ਨੂੰ ਹਸਪੀਟਲ ਲੈ ਗਏ ਸੀਗੇ, ਪ੍ਰਮਾਤਮਾ ਨੇ ਉਹਨਾਂ 'ਤੇ ਕਿਰਪਾ ਰੱਖੀ ਸੀਗੀ ਔਰ ਕੁਝ ਦਿਨਾਂ ਬਾਅਦ ਉਹ ਡਿਸਚਾਰਜ ਹੋ ਗਏ ਸੀਗੇ। ਹੁਣ ਤੁਸੀਂ ਦੇਖਦੇ ਹੋਣੇ ਆ ਵੀ ਇਹ ਹਲੇ ਅੰਡਰ ਇਨਕੁਆਰੀ ਵਿੱਚ ਹੈ ਔਰ ਅੰਡਰ ਇਨਕੁਆਰੀ ਪਤਾ ਨਹੀਂ ਬੜੀ ਸਾਲ ਹੋ ਗਿਆ, ਇੰਨੀ ਲੰਬੀ ਇਨਕੁਆਰੀ ਚੱਲ ਰਹੀ ਆ ਕਿਉਂਕਿ ਇਸ ਬਿਲਡਿੰਗ ਨੂੰ ਨਵਾਂ ਰੂਪ ਦੇ ਦੇਣਾ ਚਾਹੀਦਾ ਆ। ਇਹਦੇ ਵੱਲੋਂ ਜਲਦੀ ਤਵੱਜੋ ਦੇਣੀ ਚਾਹੀਦੀ ਆ। 1 ਸਾਲ ਦੇ ਕਰੀਬ ਹੋ ਗਿਆ, ਬਿਲਡਿੰਗ ਹਜੇ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਪਈ ਆ, ਬਿਲਡਿੰਗ ਡੈਮੇਜ ਹੋਈ ਪਈ ਆ। ਹਜੇ ਤੱਕ ਪ੍ਰਸ਼ਾਸਨ ਨੇ ਜਾਂ ਕੋਰਟ ਕੰਪਲੈਕਸ ਜਾਂ ਪ੍ਰਸ਼ਾਸਨ ਨੇ ਵੀ ਇੱਧਰ ਵੱਲ ਧਿਆਨ ਨਹੀਂ ਦਿੱਤਾ ਕਿ ਇਹਨੂੰ ਰਿਪੇਅਰ ਕੀਤਾ ਜਾਵੇ ਜਾਂ ਉਸੇ ਤਰ੍ਹਾਂ ਫਾਈਲਾਂ ਜਿਹੜੀਆਂ ਉੱਦਾਂ ਦੀ ਦੱਬੀਆਂ ਪਈਆਂ ਨੇ। ਲੋ ਦੇਖੋ, ਇਨਕੁਆਰੀ ਇੰਨੀ ਲੰਬੀ ਨਹੀਂ ਹੋਣੀ ਚਾਹੀਦੀ ਆ। ਇਹ ਇਨਕੁਆਰੀ ਬੜੀ ਲੰਬੀ ਚੱਲ ਗਈ ਹੈ, 1 ਸਾਲ ਹੋ ਗਿਆ। ਸਾਲ ਦੇ ਵਿੱਚ ਜਿਹੜੀਆਂ ਫੋਰਨ ਕੰਟਰੀਆਂ ਆ ਉਹ ਇਸੇ ਲਈ ਕਾਮਯਾਬ ਹੈ, ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੀ ਸਾਫ਼ ਸੁਥਰੀ ਹੁੰਦੀ ਆ ਔਰ ਸਾਡੀ ਜਿਹੜੀ ਦੇਸ਼ ਦੀ ਮਨਭਾਗੀ ਆ, ਸਾਡੀ ਜਿਹੜੀ ਇਨਕੁਆਰੀ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੁੰਦੀ ਆ ਉਹਦੇ ਵਿੱਚ ਰਾਜਨੀਤੀ ਦਖਲਅੰਦਾਜ਼ੀਆਂ ਬੜੀਆਂ ਆ ਜਾਂਦੀਆਂ। ਪਰ ਫੌਰਨ ਦੇ ਵਿੱਚ ਜੇ ਇਹੀ ਵਾਰਦਾਤ ਹੋਈ ਹੁੰਦੀ ਆ, ਉਹਨਾਂ ਦਾ ਕੁਝ ਦਿਨਾਂ ਵਿੱਚ ਹੀ ਨਿਪਟਾਰਾ ਹੋ ਜਾਣਾ ਸੀਗਾ।
ਕੁਝ ਟੀਮਾਂ ਵੀ ਆਈਆਂ ਸੀਗੀਆਂ ਜਿਹੜੀਆਂ ਦਿੱਲੀ ਤੋਂ ਟੀਮਾਂ ਮੰਗਾਈਆਂ ਸੀਗੀਆਂ, ਕਿਹਨਾਂ ਵੱਲੋਂ ਬਲਾਸਟ ਹੋਇਆ, ਕੀ ਕਾਰਨ ਸੀਗਾ ਬਲਾਸਟ ਦਾ, ਕੀ ਇੱਕ ਉਡਾਨ ਦਾ ਬਿਲਡਿੰਗ ਉਡਾਨ ਦਾ ਜਿਹੜਾ ਕਿ ਰੱਖਿਆ ਸੀਗਾ ਮੋਟਿਵ, ਜਿਹੜਾ ਕ੍ਰਾਈਮ ਜੋ ਕਰਦੇ ਨੇ ਜਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ, ਕਿਤੇ ਨਾ ਕਿਤੇ ਦਹਿਸ਼ਤ ਦਾ ਮਾਹੌਲ ਵੀ ਉਸ ਟਾਈਮ ਰਿਹਾ। ਉਸੇ ਪੀਰੀਅਡ ਦੇ ਵਿੱਚ ਕਾਫੀ ਵਾਰਦਾਤਾਂ ਹੋਈਆਂ, ਆਲੇ ਦੁਆਲੇ ਕਈ ਵਾਰਦਾਤਾਂ ਹੋਈਆਂ ਦਹਿਸ਼ਤ ਦਾ ਮਾਹੌਲ ਕਰਾਉਣ ਦੇ ਲਈ। ਤੇ ਉਹਦੇ ਵਿੱਚ ਤੁਸੀਂ ਦੇਖੋ ਪਰਮਾਤਮਾ ਨੇ ਕਿਰਪਾ ਕੀਤੀ ਆ, ਉਹ ਬੰਦਾ ਸ਼ਾਇਦ ਉਹ ਵਾਸ਼ਰੂਮ ਗਿਆ ਸੀ, ਬਾਥਰੂਮ ਹੀ ਆ, ਇਹ ਬਾਥਰੂਮ ਗਿਆ, ਉਹਨੂੰ ਉੱਥੇ ਹੀ ਉਹ ਟਾਈਮ ਹੋ ਗਿਆ। ਜੇ ਹੋ ਸਕਦਾ ਉਹ ਕਿਹੜੀ ਕਿਸੇ ਕੋਰਟ ਦੇ ਬਾਹਰ ਬੈਠਣਾ ਹੋਣਾ ਹੋਵੇ ਜਾਂ ਕਿਸੇ ਹੋਰ ਹਿਊਜ ਜਿੱਥੇ ਪਬਲਿਕ ਬੈਠੀ ਹੋਵੇ ਉੱਥੇ ਜਾਣਾ ਹੋਵੇ। ਕੋਈ ਵੱਡਾ ਨੁਕਸਾਨ ਹੋ ਸਕਦਾ ਸੀਗਾ, ਪਬਲਿਕ ਪਲੇਸ ਸੀਗਾ, ਵੱਡਾ ਨੁਕਸਾਨ ਹੋ ਸਕਦਾ ਕਿਸੇ ਕੋਰਟ ਦੇ ਬਾਹਰ ਬੈਠਣਾ ਹੋਵੇ ਜਾਂ ਕਿਸੇ ਕੋਰਟ ਵਿੱਚ ਉਹਨੇ ਐਂਟਰੀ ਮਾਰਨੀ ਹੋਵੇ। ਕੁਝ ਇਹਨੂੰ ਪਕੜਨ ਵਾਸਤੇ ਕੋਈ ਟੀਮਾਂ ਵੀ ਆਈਆਂ ਸੀਗੀਆਂ, ਜਾਣਕਾਰੀ ਲੈਣ ਵਾਸਤੇ ਵੀ ਕਿਸ ਤਰ੍ਹਾਂ ਬੰਦਾ ਐਂਟਰ ਹੋਇਆ ਤੇ ਕਿਸ ਤਰ੍ਹਾਂ ਦੇਖਣਾ ਚਾਹੁੰਦੇ ਹੋ, ਜਿਸ ਤਰ੍ਹਾਂ ਟੀਮਾਂ ਦਿੱਲੀ ਤੋਂ ਵੀ ਬੁਲਾਈਆਂ ਗਈਆਂ, ਲੁਧਿਆਣੇ ਦੀਆਂ ਟੀਮਾਂ ਵੀ ਕਾਫੀ। ਹਲੇ ਉਹਦੇ 'ਚ ਜਿਹੜੀਆਂ ਪੁਲਿਸ ਟੀਮਾਂ ਹੈ ਆਪਣੀ ਇਨਵੈਸਟੀਗੇਸ਼ਨ ਦੀਆਂ ਰਿਪੋਰਟਾਂ ਹਲੇ ਅੰਡਰ ਵਿਚਾਰਧੀਨ ਹੈ, ਅੰਡਰ ਕੰਸੀਡਰੇਸ਼ਨ ਹੈ। ਉਹ ਮੇਰੀ ਬੇਨਤੀ ਹੈ ਵੀ ਉਸ ਟੀਮਾਂ ਨੂੰ ਜਲਦੀ ਇਸ ਨੂੰ ਡਿਸਪੋਜ਼ ਆਫ ਕਰਨਾ ਚਾਹੀਦਾ, ਕਿਉਂਕਿ ਬਿਲਡਿੰਗ ਜਿਹੜੀ ਆ ਚੰਗੀ ਨਹੀਂ ਲੱਗਦੀ ਸਾਡੇ ਲੁਧਿਆਣੇ ਦੀ। ਇਹਨੂੰ ਜਲਦੀ ਤੋਂ ਜਲਦੀ ਮਾਨਯੋਗ ਸੈਸ਼ਨ ਜੱਜ ਸਾਹਿਬ ਨੂੰ ਔਰ ਲੁਧਿਆਣੇ ਦੇ ਡੀਸੀ ਕਮਿਸ਼ਨਰ ਸਾਹਿਬ ਨੂੰ ਮੇਰੀ ਬੇਨਤੀ ਆ, ਇਹਨੂੰ ਜਲਦੀ ਤੋਂ ਜਲਦੀ ਇਸ ਬਿਲਡਿੰਗ ਨੂੰ ਬਣਾਉਣਾ ਚਾਹੀਦਾ ਆ, ਤਾਂ ਕਿ ਇਹ ਮਾੜੀ ਜਿਹੜੀ ਚੀਜ਼ ਹੈ ਸਾਨੂੰ ਨਜ਼ਰ ਆਉਂਦੀ ਹੈ ਸਾਡੇ ਮੱਥੇ ਨਾ ਲੱਗੇ। ਹੁਣ ਦੇ ਹਾਲਾਤਾਂ ਦੀ ਗੱਲ ਕਰਦੇ ਆ, ਹੁਣ ਦੇ ਜਿਹੜੇ ਹਾਲਾਤ ਤਾਜ਼ਾ ਹਾਲਾਤ ਨੇ, ਵਾਰਦਾਤਾਂ ਹੋ ਰਹੀਆਂ, ਲੁੱਟਾਂ ਖੋਹ ਦੀਆਂ ਵਾਰਦਾਤਾਂ, ਰਿਵਾਲਵਰ ਦੇ ਨਾਲ ਬੰਦੇ ਮਾਰੇ ਜਾ ਰਹੇ ਨੇ, ਇਸ ਟਾਈਮ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਹਾਲਾਤ ਦੇਖੋ, ਮੈਂ ਜੇ ਤੁਹਾਨੂੰ ਕਹਾਂ ਇਸ ਵੇਲੇ ਜਿਹੜੀ ਮਸ਼ੀਨਰੀ ਆ ਸਰਕਾਰ ਦੀ, ਪੰਜਾਬ ਸਰਕਾਰ ਦੀ, ਸੂਬਾ ਸਰਕਾਰ ਦੀ, ਤੁਸੀਂ ਦੇਖਦੇ ਹੋਣੇ ਫੇਲ ਹੋਈ ਪਈ ਹੈ, ਪੂਰੀ ਬੈਡਲੀ ਫੇਲ ਹੈ। ਬੁੱਢਾ ਦਰਾਜ ਜਿਹੜਾ ਬੁੱਢਾ ਦਰਾਜ ਆ ਪੁੱਲ ਹੈ, ਉਹਨੂੰ 5 ਸਾਲ ਹੋ ਗਿਆ, ਹਰੇਕ ਕੋਈ ਜਿਹੜਾ ਉਮੀਦਵਾਰ ਹੈ ਉਹਨੂੰ ਪਕੜ ਕੇ ਬੈਠ ਜਾਂਦਾ, ਉਹਦਾ ਮੁੱਦਾ ਫੜ ਕੇ ਬੈਠ ਜਾਂਦਾ ਆ, ਜਦੋਂ ਵਜ਼ੀਰ ਬਣ ਜਾਂਦਾ ਉਹਨੂੰ ਭੁੱਲ ਜਾਂਦਾ ਆ। ਇਸ ਕਰਕੇ ਲੁਧਿਆਣੇ ਵਿੱਚ ਮੈਂ ਇੱਕ ਫੇਸਬੁੱਕ ਤੇ ਥੋੜ੍ਹੇ ਦਿਨ ਪਹਿਲਾਂ ਦੇਖੀ, ਚਾਹੇ ਮੈਂ ਬੇਸ਼ੱਕ ਮੈਂ ਮੁਲਜ਼ਮਾਂ ਦੇ ਕੇਸ ਲੜਦਾ, ਹਰੇਕ ਦੇ ਲੜਦਾ, ਪਰ ਮੇਰਾ ਦੇਸ਼ ਦੇ ਵਿੱਚ, ਮੇਰੇ ਸੂਬੇ ਦੇ ਵਿੱਚ ਅਮਨ ਸ਼ਾਂਤੀ ਚਾਹੀਦੀ ਮੈਨੂੰ। ਹਰ ਬੰਦਾ ਆਪਣੇ ਦਹਿਸ਼ਤ ਦੇ ਮਾਹੌਲ ਤੋਂ ਬਾਹਰ ਹੋਵੇ। ਕੋਈ ਵੀ ਬੰਦਾ ਅੱਜ 6 ਵਜੇ ਤੋਂ ਬਾਅਦ ਸ਼ਾਮ ਦੇ ਬਾਹਰ ਨਹੀਂ ਨਿਕਲਦਾ, ਕਿਉਂਕਿ ਸਨੈਚਰ ਇੰਨੇ ਹੋ ਗਏ ਆ ਔਰ ਇੰਨਾ ਹੀ ਮਤਲਬ ਨਸ਼ਾ ਖਿਲਰ ਗਿਆ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਜ਼ਿਆਦਾ, ਪੂਰੇ ਇੰਡੀਆ ਦੇ ਵਿੱਚ ਲਾ ਕੇ ਜੇ ਮੈਂ ਸਰਵੇਖਣ ਕਰਾਂ ਤਾਂ ਪੰਜਾਬ ਮੇਰਾ ਨੰਬਰ 1 ਤੇ ਜਾ ਰਿਹਾ ਇਸ ਗੰਦੀ ਚੀਜ਼ ਦੇ ਵਿੱਚ। ਪੰਜਾਬ ਦੇ ਵਿੱਚ ਨਸ਼ਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ। ਔਰ ਇੱਕ ਗੱਲ ਜਿਹੜੀ ਨਸ਼ਾ ਫੈਲ ਰਿਹਾ ਜਾਂ ਵਾਰਦਾਤਾਂ ਹੋਣੀ, ਇਹਦੇ ਪਿੱਛੇ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਆ। ਜਿੱਦਣ ਮੇਰੇ ਦੇਸ਼ ਨੂੰ ਰੁਜ਼ਗਾਰ ਮਿਲ ਗਿਆ ਉਦੋਂ ਇਹ ਜਿਹੜੀਆਂ ਵਾਰਦਾਤਾਂ ਵੀ ਬੰਦ ਹੋ ਜਾਣਗੀਆਂ। ਔਰ ਮੇਨ ਗੱਲ ਹੈ ਜਿਹੜੇ ਨੌਜਵਾਨ ਪੀੜ੍ਹੀ ਆ, ਬੱਚੇ ਪੜ੍ਹ ਲਿਖ ਜਾਂਦੇ ਆ, ਨੌਕਰੀਆਂ ਨਹੀਂ ਮਿਲਦੀਆਂ, ਉਹ ਆਖਰ ਤੰਗ ਆ ਕੇ ਆਪਣੀ ਇੰਨੀ ਲੰਬੀ BA ਕੀਤੀ ਹੁੰਦੀ, MA ਕੀਤੀ, ਡਿਗਰੀਆਂ ਕੀਤੀਆਂ ਹੁੰਦੀਆਂ, ਆਖਰ ਉਹ ਫਿਕਰ ਦੇ ਵਿੱਚ ਪਰੇਸ਼ਾਨ ਹੋ ਗਏ, ਡਿਪਰੈਸ਼ਨ ਦੇ ਵਿੱਚ ਆ ਕੇ ਆਪਣਾ ਸੁਸਾਈਡ ਕਰ ਜਾਂਦਾ ਹੈ ਜਾਂ ਨਸ਼ੇ ਲੈਣਾ ਪੈਂਦਾ ਆ, ਔਰ ਨਸ਼ੇ ਦੇ ਵਿੱਚ ਹੀ ਵਾਰਦਾਤਾਂ ਹੁੰਦੀਆਂ ਆ। ਔਰ ਤੁਸੀਂ ਦੇਖਦੇ ਹੋਣੇ ਆ, ਇੱਕ ਫੇਸਬੁੱਕ ਤੇ ਥੋੜ੍ਹੇ ਦਿਨ ਪਹਿਲੋਂ 2 ਜਨਾਨੀਆਂ ਜਾ ਰਹੀਆਂ ਹੁੰਦੀਆਂ ਔਰ ਸਨੈਚਰ ਪਿੱਛੋਂ ਆਉਂਦੇ ਆ, ਉਹਦਾ ਬੈਗ ਲੈ ਜਾਂਦੇ ਖਿੱਚ ਕੇ, ਉਹਦਾ ਜਿਹੜਾ ਸਿਰ ਹੈ ਉਹ ਦੀਵਾਰ ਵਿੱਚ ਟਕਰਾਉਂਦਾ ਆ, ਉਸ ਵੇਲੇ ਮੌਤ ਹੋ ਜਾਂਦੀ ਆ। ਔਰ ਮੇਰੀ ਬੇਨਤੀ ਆ, ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਜਿਹੜੇ ਗਨਮੈਨ ਐਵੇਂ ਆਵਾ ਤੂਬ ਦੇਈ ਜਾਂਦਾ ਆ, ਲੋਕ ਗਨਮੈਨ ਲੈਣ ਦੇ ਲਈ, ਸਿਕਿਉਰਿਟੀ ਲੈਣ ਦੇ ਲਈ ਉਹ ਇੱਕ ਦੂਜੇ ਦੇ ਖਿਲਾਫ ਬੋਲਦੇ ਆ, ਜਾਤਵਾਦ ਦਿਖਾਉਂਦੇ ਆ। ਜਿੰਨਾ ਮੈਂ ਜਾਤਪਾਤ ਦੇ ਖਿਲਾਫ ਬੋਲਾਂਗਾ ਮੈਨੂੰ ਬੜੀ ਜਲਦੀ ਸਿਕਿਉਰਿਟੀ ਮਿਲ ਜਾਣੀ ਆ। ਸਿਕਿਉਰਿਟੀ ਮੇਰੇ ਦੇਸ਼ ਨੂੰ ਚਾਹੀਦੀ ਆ, ਜਿਹਨੇ ਦੇਸ਼ ਦੀ ਸੇਵਾ ਕਰਨੀ ਆ, ਜਿਹੜਾ ਫਰੀडम ਫਾਈਟਰ ਬਣਨਾ ਚਾਹੁੰਦਾ ਹੈ ਜਾਂ ਦੇਸ਼ ਦੀ ਰਾਖੀ ਕਰਨਾ ਚਾਹੁੰਦਾ ਹੈ, ਦੇਸ਼ ਦਾ ਨੌਕਰ ਸੇਵਾਦਾਰ ਬਣਨਾ ਚਾਹੁੰਦਾ, ਉਹਨੂੰ ਸਿਕਿਉਰਿਟੀਆਂ ਦੀ ਲੋੜ ਨਹੀਂ ਹੁੰਦੀ ਆ। ਉਹਨੇ ਜਨਤਾ ਲਈ ਜਨਮ ਲੈਣਾ ਹੁੰਦਾ ਆ ਔਰ ਜਨਤਾ ਲਈ ਜਨਮ ਲਿਆ ਹੁੰਦਾ, ਇਸ ਕਰਕੇ ਉਹਨੂੰ ਸਿਕਿਉਰਿਟੀਆਂ ਨਹੀਂ ਚਾਹੀਦੀਆਂ। ਸਿਕਿਉਰਿਟੀਆਂ ਮੇਰੀ ਆਵਾਮ ਨੂੰ ਦਿਓ, ਮੇਰੀ ਜਨਤਾ ਨੂੰ ਦਿਓ, ਜਿਹੜੀਆਂ ਸਨੈਚਿੰਗਾਂ ਹੁੰਦੀਆਂ। ਹੁਣ ਦੀ ਗੱਲ ਕਰਦੇ ਹਾਂ, ਹੁਣ ਦੇ ਜਿਹੜੇ ਕਿ ਹਾਲਾਤ ਕੋਰਟ ਕੰਪਲੈਕਸ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨੇ, ਔਰ ਲੁਧਿਆਣੇ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡੀ ਗੱਲ ਆ ਕਿਸ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕਮਿਸ਼ਨਰ ਸਾਹਿਬ ਵੱਲੋਂ। ਹੁਣ ਤਾਂ ਇਹਦੇ ਲਈ ਪ੍ਰਬੰਧ ਬੜੇ ਅੱਛੇ ਆ ਔਰ ਬੜੀ ਸਖਤੀ ਆ ਔਰ ਜਨਤਾ ਵੀ ਸਮਝਦੀ ਆ। ਜਿਹੜਾ ਪ੍ਰਸ਼ਾਸਨ ਬੈਠਾ, ਜਿਹੜੀ ਸਿਕਿਉਰਿਟੀ ਬੈਠੀ ਆ, ਸਾਡੀ ਹਿਫਾਜ਼ਤ ਲਈ ਬੈਠੀ ਆ, ਸਾਡੀ ਜਾਨ ਮਾਲ ਦੀ ਰਾਖੀ ਕਰਨ ਲਈ ਬੈਠੀ ਆ। ਔਰ ਆਵਾਮ ਨੂੰ ਵੀ ਚਾਹੀਦਾ ਇੱਕ ਦੂਜੇ ਦਾ ਸਾਥ ਦਈਏ। ਔਰ ਜਿਸ ਮੁਹੱਲੇ ਦੇ ਵਿੱਚ, ਜਿਸ ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ, ਆਵਾਮ ਨੂੰ ਚਾਹੀਦਾ ਉਹਦੀ ਸੂਚਨਾ ਪੁਲਿਸ ਨੂੰ ਦੇਣ, ਪਰ ਪੁਲਿਸ ਨੂੰ ਚਾਹੀਦਾ ਜਿਹੜਾ ਸੂਚਨਾ ਦਿੰਦਾ ਹੈ ਉਹਦੀ ਗੁਪਤ ਰੱਖੀ ਜਾਵੇ। ਬਿਲਕੁਲ, ਸਾਡੇ ਨਰਿੰਦਰ ਆਦੀਆ ਜੀ ਜਿਹੜੇ ਵਕੀਲ ਐਡਵੋਕੇਟ ਨੇ ਲੁਧਿਆਣਾ ਕੋਰਟ ਦੇ ਵਿੱਚ, ਇਹਨਾਂ ਨੇ ਬਹੁਤ ਵਧੀਆ ਦੱਸਿਆ ਕਿ ਜਿਹੜਾ ਨਸ਼ੇ ਦੀ ਆੜ ਦੇ ਵਿੱਚ ਲਾ ਕੇ ਵਾਰਦਾਤਾਂ ਕੀਤੇ ਅੰਜਾਮ ਕੀਤੇ ਜਾਂਦੇ ਆ, ਕੁਝ ਸਨੈਚਰ ਵਧੇ ਨੇ, ਇਹ ਕੁਝ ਵਾਰਦਾਤਾਂ ਦਿੰਦੇ ਨੇ। ਇੱਥੇ ਜਿਹੜਾ ਬਲਾਸਟ ਹੋਇਆ ਸੀਗਾ ਅੱਜ 23 ਤਰੀਕ ਆ, ਜਿਹੜਾ ਕਿ ਅੱਜ ਯਾਦ ਕਰਦੇ ਨੇ 23 ਤਰੀਕ, ਜਿਹੜਾ 23 ਦਸੰਬਰ ਨੂੰ ਬਲਾਸਟ ਹੋਇਆ ਸੀਗਾ। ਇੱਕ ਬੰਬ ਜਿਹੜਾ ਲੈ ਕੇ ਬਾਥਰੂਮ ਦੇ ਵਿੱਚ ਬੰਦਾ ਗਿਆ ਸੀਗਾ, ਟਾਈਮ ਹੋਣ ਕਰਕੇ ਉਹ ਬੰਬ ਜਿਹੜਾ ਬਲਾਸਟ ਹੋ ਗਿਆ, ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਸੀ। 4 ਤੋਂ 5 ਜਿਹੜੇ ਕਿ ਕਰੀਬ ਦੇ ਨੌਜਵਾਨ ਜਿਹੜੇ ਕਿ ਜ਼ਖਮੀ ਹੋਏ ਸੀਗੇ, ਉਹਨਾਂ ਨੂੰ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਸੀਗਾ।
ਪ੍ਰਸ਼ਾਸਨ ਦੀ ਗੱਲ ਕਰਦੇ ਆ। ਇਸ ਟਾਈਮ ਤੇ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਸਰਕਾਰ ਜਿਹੜੀ ਕਮਿਸ਼ਨ ਸਾਹਿਬ ਵੱਲੋਂ ਗੱਲ ਕਰਦੇ ਆ, ਇਸ ਵੇਲੇ ਪੂਰੇ ਪ੍ਰਬੰਧ ਕੀਤੇ ਗਏ ਨੇ, ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ। ਥੱਲੇ ਨੀਚੇ ਦੇਖਿਆ ਗਿਆ ਜੀ ਚੈਕਿੰਗ ਕੋਰਟ ਕੰਪਲੈਕਸ ਦੇ ਵਿੱਚ ਜਿਹੜੀ ਕੋਈ ਵੀ ਅਗਰ ਆਂਦਾ ਚੈਕਿੰਗ ਕੀਤੀ ਜਾਂਦੀ ਆ, ਉਹਦੇ ਨਾਲ ਉਹਦੀ ਸੁਰੱਖਿਆ ਦੇਖੀ ਜਾਂਦੀ, ਉਹਨੂੰ ਚੈੱਕ ਕੀਤਾ ਜਾਂਦਾ ਔਰ ਚੈੱਕ ਕਰਕੇ ਹੀ ਕੋਰਟ ਕੰਪਲੈਕਸ ਦੇ ਵਿੱਚ ਅੰਦਰ ਆਉਣ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜਿਹੜੇ ਲੁਧਿਆਣੇ ਦੀ ਗੱਲ ਕਰਦੇ ਆ, ਲੁਧਿਆਣੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਕਈ ਜਗ੍ਹਾ ਤੇ ਇਦਾਂ ਦੇ ਨਾਕੇ ਲਗਾਏ ਨੇ ਕਿ ਜਿਹੜੀ ਇਦਾਂ ਦੀ ਕੋਈ ਵੱਡੀ ਵਾਰਦਾਤ ਨਾ ਹੋਵੇ। ਕਿਤੇ ਨਾ ਕਿਤੇ ਜਿਹੜੇ ਸਨੈਚਰ ਆਉਂਦੇ ਨੇ ਉਹ ਛੋਟੀ ਮੋਟੀ ਵਾਰਦਾਤਾਂ ਕਰਕੇ ਕਿਤੇ ਨਾ ਕਿਤੇ ਗਲੀਆਂ ਦੇ ਵਿੱਚੋਂ ਨਿਕਲ ਜਾਂਦੇ ਨੇ ਔਰ ਪੁਲਿਸ ਦੇ ਹੱਥ ਨਹੀਂ ਲੱਗਦੇ ਹੈਗੇ। ਹਾਂ, ਕਿਤੇ ਨਾ ਕਿਤੇ ਵੱਡੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤੇ ਨੇ, ਪਰ ਕੋਰਟ ਕੰਪਲੈਕਸ ਦੀ ਇਸ ਵੇਲੇ ਸੁਰੱਖਿਆ ਦੀ ਗੱਲ ਕਰਦੇ ਆ, ਬਹੁਤ ਵੱਡੀ ਸੁਰੱਖਿਆ ਇਸ ਵੇਲੇ ਇੰਤਜ਼ਾਮ ਕੀਤੇ ਗਏ ਨੇ ਔਰ ਕੋਰਟ ਕੰਪਲੈਕਸ ਦੇ ਵਿੱਚ ਵੀ ਕਾਫੀ ਪ੍ਰਬੰਧ ਕੀਤੇ ਗਏ ਨੇ ਕਿ ਕੋਈ ਵੱਡਾ ਕੋਈ ਹੁਣ ਹਾਦਸਾ ਨਾ ਵਾਪਰੇ। ਲੁਧਿਆਣਾ ਤੋਂ ਵਿਪਨ ਕੁਮਾਰ ਦੀ ਰਿਪੋਰਟ।